ਚਿਰਾਗ ਆ ਇਹਨੂੰ ਅਸੀਂ ਮਾਰ ਦਿਆਂਗੇ ਤੇ ਨਹੀਂ ਸਾਨੂੰ 1,20,000 ਰੁਪਈਆ ਦੇ ਕੇ ਮੜੀਆਂ ਦੇ ਵਿੱਚ 2 ਇੱਟਾਂ ਪਈਆਂ ਕਹਿੰਦੇ ਤੇ ਉੱਥੇ 1 ਲੱਖ ਰੁਪਇਆ ਰੱਖਿਆ ਜੇ ਤੂੰ ਆਪਣੇ ਬੱਚੇ ਦੀ ਜਾਨ ਬਚਾਉਣੀ ਹੈ। ਤੁਹਾਡਾ ਤਿੰਨਾਂ ਦਾ ਇੱਕ ਚਿਰਾਗ ਆ ਇਹਨੂੰ ਅਸੀਂ ਮਾਰ ਦਿਆਂਗੇ ਤੇ ਨਹੀਂ ਸਾਨੂੰ 1,20,000 ਰੁਪਈਆ ਦੇ ਕੇ ਮੜੀਆਂ ਦੇ ਵਿੱਚ 2 ਇੱਟਾਂ ਪਈਆਂ ਕਹਿੰਦੇ ਤੇ ਉੱਥੇ 1 ਲੱਖ ਰੁਪਇਆ ਰੱਖਿਆ ਜੇ ਤੂੰ ਆਪਣੇ ਬੱਚੇ ਦੀ ਜਾਨ ਬਚਾਉਣੀ ਹੈ। ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਇੱਕ ਕਿਸਾਨ ਪਰਿਵਾਰ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਫਿਰੌਤੀ ਮੰਗੀ ਜਾ ਰਹੀ ਹੈ। ਇਹ ਫਿਰੌਤੀ ਮੰਗਣ ਦਾ ਕੰਮ ਕਾਫੀ ਦੇਰ ਤੋਂ ਚੱਲਦਾ ਪਿਆ। ਦੱਸਿਆ ਗਿਆ ਹੈ ਕਿ ਕਾਫੀ ਦੇਰ ਤੋਂ ਉਹਨਾਂ ਦੇ ਕੋਲ ਚਿੱਠੀਆਂ ਆ ਰਹੀਆਂ ਸੀ ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ ਚਿੱਠੀ ਪੰਜਾਬੀ ਵਿੱਚ ਆਉਂਦੀ ਹੈ ਜਿਸ ਵਿੱਚ 1 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੁਬਾਰਾ ਚਿੱਠੀ ਆਉਂਦੀ ਹੈ ਪੰਜਾਬੀ ਭਾਸ਼ਾ 'ਚ ਆਉਂਦੀ ਹੈ ਤੇ ਉਸ ਵਿੱਚ ਵੀ 1,20,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਅਗਲੀ ਚਿੱਠੀ ਜਿਹੜੀ ਹੈ ਤੀਸਰੀ ਚਿੱਠੀ ਉਹ ਆਉਂਦੀ ਹੈ ਹਿੰਦੀ ਭਾਸ਼ਾ ਦੇ ਵਿੱਚ ਤੇ ਉਸ ਵਿੱਚ ਵੀ 1,20,000 ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਮੈਂਬਰ ਵੱਲੋਂ ਇਹ ਲਿਖ ਕੇ ਭੇਜਿਆ ਜਾਂਦਾ ਹੈ। ਤੇ ਉਸ ਚਿੱਠੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਦੇਖ ਕੇ ਤੇ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿੱਚ ਆਪਣੇ ਕੋਲ ਆਏ ਪੱਤਰ ਦੇਖ ਕੇ ਪਰਿਵਾਰ ਵਾਲੇ ਡਰ ਜਾਂਦੇ ਨੇ, ਕਿਸਾਨ ਪਰਿਵਾਰ ਡਰ ਜਾਂਦਾ ਤੇ ਉਸ ਵਿੱਚ ਧਮਕੀ ਦਿੱਤੀ ਜਾਂਦੀ ਹੈ ਕਿ ਪਰਿਵਾਰ ਦੇ ਇੱਕੋ ਇੱਕ ਬੱਚੇ ਨੂੰ ਜੋ ਮੁੰਡਾ ਹੈ ਉਸ ਨੂੰ ਮਾਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਪਰਿਵਾਰ ਦੇ ਵਿੱਚ 3 ਭਰਾ ਨੇ। ਤਿੰਨਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਦੇ ਘਰ ਇੱਕ ਮੁੰਡਾ ਹੈ ਜਿਸ ਨੂੰ ਮਾਰ ਦੇਣ ਦੀ ਧਮਕੀ ਵਿੱਚ ਜਿਹੜੀ ਹੈ ਦਿੱਤੀ ਗਈ ਹੈ ਤੇ ਨਾਲ ਹੀ 1,20,000 ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਤੇ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਿਆ ਗਿਆ ਇਸ ਚਿੱਠੀ ਦੇ ਵਿੱਚ। ਪਰ ਜਦੋਂ ਪੁਲਿਸ ਵੱਲੋਂ ਛਾਣਬੀਨ ਕੀਤੀ ਜਾਂਦੀ ਹੈ ਤਾਂ ਸੱਚ ਕੁਝ ਹੋਰ ਹੀ ਨਿਕਲਦਾ ਹੈ। ਸਭ ਤੋਂ ਪਹਿਲਾਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਸ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਝੂਠੇ ਮੈਂਬਰ ਨੂੰ ਜਿਹਨੂੰ ਪੁਲਿਸ ਨੇ ਫੜ ਲਿਆ, ਉਸ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਤੇ ਇੱਕ ਵਾਰੀ ਨਿਗਾਹ ਮਾਰਦੇ ਹਾਂ ਤਾਂ ਫਿਰ ਪੂਰੀ ਜਾਣਕਾਰੀ ਲਵਾਂਗੇ। ਤੇ ਇਹ ਖਬਰ ਜੁੜੀ ਹੋਈ ਹੈ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਇੱਕ ਕਿਸਾਨ ਪਰਿਵਾਰ ਦੇ ਨਾਲ ਜੋ ਕਾਫੀ ਦਿਨਾਂ ਤੋਂ ਵੱਡੀ ਪਰੇਸ਼ਾਨੀ ਜਿਹੜੀ ਹੈ ਉਹ ਝੇਲਦਾ ਪਿਆ ਸੀ। ਲਾਰੈਂਸ ਬਿਸ਼ਨੋਈ ਜੋ ਫਿਲਹਾਲ ਮੋਗਾ ਪੁਲਿਸ ਦੀ ਰਿਮਾਂਡ ਦੇ ਵਿੱਚ ਹੈ, ਮੋਗਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਉਸ ਦੇ ਨਾਮ ਦੇ ਉੱਤੇ ਉਸ ਦੇ ਗੈਂਗ ਦੇ ਮੈਂਬਰ ਵਜੋਂ ਇਹ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਪਹਿਲਾਂ 1 ਲੱਖ ਰੁਪਏ ਉਸ ਤੋਂ ਬਾਅਦ 1,20,000 ਰੁਪਏ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਸੀ ਤੇ ਲਗਾਤਾਰ ਇਹ ਧਮਕੀ ਦਿੱਤੀ ਜਾ ਰਹੀ ਸੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਦੇ ਇਕਲੌਤੇ ਪੁੱਤਰ ਨੂੰ ਮਾਰ ਦਿੱਤਾ ਜਾਵੇਗਾ। ਇਹ ਕਿਸਾਨ ਪਰਿਵਾਰ ਵਿੱਚ 3 ਭਰਾ ਨੇ ਤੇ ਤਿੰਨਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਲਗਾਤਾਰ ਤਿੰਨੋਂ ਪੱਤਰਾਂ ਦੇ ਵਿੱਚ ਤਿੰਨੋਂ ਚਿੱਠੀਆਂ ਦੇ ਵਿੱਚ ਇਹ ਧਮਕੀ ਦਿੱਤੀ ਗਈ ਹੈ ਤੇ ਨਾਲ ਪੈਸਿਆਂ ਦੀ ਮੰਗ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤਾਂ ਉਸ ਵਕਤ ਜਦੋਂ ਛਾਣਬੀਨ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਹੋਰ ਕੋਈ ਨਹੀਂ ਸਗੋਂ ਉਹਨਾਂ ਦੇ ਹੀ ਪਿੰਡ ਦਾ ਇੱਕ ਹੋਰ ਸ਼ਖਸ ਸੀ ਜਿਸ ਦੀ 2 ਕਿੱਲੇ ਦੀ ਜ਼ਮੀਨ ਇਹ ਕਿਸਾਨ ਭਰਾ ਵਾਹੁੰਦੇ ਸੀ। 2 ਕਿੱਲੇ ਦੀ ਜ਼ਮੀਨ ਜਿਹੜੀ ਇਹ ਠੇਕੇ ਤੇ ਲੈਂਦੇ ਸੀ। ਉਸ ਵਿਅਕਤੀ ਨੇ, ਉਸ ਸ਼ਖਸ ਨੇ ਇਹਨਾਂ ਨੂੰ ਚਿੱਠੀਆਂ ਭੇਜੀਆਂ ਨੇ। ਉਸ ਦਾ ਰਵੱਈਆ ਵੈਸੇ ਜੇ ਦੇਖਿਆ ਜਾਵੇ ਤਾਂ ਠੀਕ ਨਹੀਂ ਦੱਸਿਆ ਗਿਆ ਤੇ ਦੱਸਿਆ ਗਿਆ ਕਿ ਉਹ ਸ਼ਖਸ ਆਪਣੇ ਮਾਪਿਆਂ ਤੋਂ ਵੱਖਰਾ ਰਹਿੰਦਾ ਜਿਸ ਕਰਕੇ ਜਿਹੜਾ ਸ਼ੱਕ ਜਿਹੜਾ ਪਹਿਲਾਂ ਬਣਦਾ ਦਿਖਾਈ ਦੇ ਰਿਹਾ ਸੀ। ਪਰ ਜਦੋਂ ਛਾਣਬੀਨ ਕੀਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਵੀ ਇਸ ਦੀ ਪੁਸ਼ਟੀ ਕਰ ਲਈ ਜਾਂਦੀ ਹੈ। ਇਹ ਵਿਅਕਤੀ 2 ਕਿੱਲੇ ਜ਼ਮੀਨ ਦਾ ਮਾਲਕ ਹੈ ਤੇ ਇਹਨਾਂ ਤਿੰਨਾਂ ਭਰਾਵਾਂ ਨੂੰ ਜ਼ਮੀਨ ਠੇਕੇ ਤੇ ਦਿੰਦਾ ਹੈ ਵਾਹੁਣ ਵਾਸਤੇ। ਜਿਸ ਤੋਂ ਬਾਅਦ ਹੁਣ ਜਿਹੜਾ ਖੁਲਾਸਾ ਕੀਤਾ ਗਿਆ ਉਹਦੇ ਵਿੱਚ ਸਾਹਮਣੇ ਆਇਆ ਕਿ ਇਸੇ ਵਿਅਕਤੀ ਨੇ ਇਹ 3 ਚਿੱਠੀਆਂ ਲਿਖੀਆਂ ਤੇ ਇਹਨਾਂ ਤਿੰਨਾਂ ਭਰਾਵਾਂ ਦੇ ਘਰ ਭੇਜੀਆਂ ਜਿਸ ਤੋਂ ਬਾਅਦ ਇਹ ਡਰ ਦਾ ਮਾਹੌਲ ਬਣ ਗਿਆ ਸੀ। ਇਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਤਿੰਨੇ ਭਰਾਵਾਂ ਦੇ ਵਿੱਚੋਂ ਇੱਕ ਭਰਾ ਦਾ ਕੀ ਕਹਿਣਾ ਸੀ ਤੇ ਨਾਲ ਹੀ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਉਹ ਵੀ ਸੁਣ ਲੈਂਦੇ ਹਾਂ। ਸਾਨੂੰ ਪਹਿਲਾਂ ਪੰਜਾਬੀ 'ਚ ਪੱਤਰ ਆਇਆ ਸੀ ਇਹਨਾਂ ਦਾ। ਅਸੀਂ ਡਰਦੇ ਸੀਗੇ। ਅਸੀਂ ਡਰਦਿਆਂ ਨੇ ਜਾਣੀ ਕਿ ਡਰਦੇ ਰਹੇ ਵੀ ਜਿੰਨਾ ਚਿਰ ਬੰਦੇ ਦੀ ਸ਼ਨਾਖਤ ਨਹੀਂ ਹੁੰਦੀ ਉਹਨਾਂ ਚਿਰ ਵੀ ਕਿਸੇ 'ਤੇ ਕਾਰਵਾਈ ਕਰਨੀ ਮਨਾ। ਦੂਜਾ ਪੱਤਰ ਫੇਰ ਆ ਗਿਆ। ਫਿਰ ਅਸੀਂ ਇੰਚਾਰਜ ਸਾਹਿਬ ਗੋਲੇ ਵਾਲੇ ਚੌਂਕੀ 'ਚ ਅਸੀਂ ਲਿਖਾ ਕੇ ਆਏ ਜੀ ਆਹ ਗੱਲਾਂ। ਫਿਰ ਉਹਨਾਂ ਨੇ ਜਾਣੀ ਕਿ ਚੋਰੀ ਵੀ ਉਹਨਾਂ ਨੇ ਕਲੀਅਰ ਕੀਤਾ ਵੀ ਕਿਹੜਾ ਬੰਦਾ ਆਉਂਦਾ ਕਿਹੜਾ ਨਹੀਂ। ਫਿਰ ਇਹਨਾਂ ਨੇ ਤੀਜਾ ਪੱਤਰ
ਹਿੰਦੀ 'ਚ ਲਿਖ ਕੇ ਭੇਜਿਆ ਜੀ। ਫਿਰ ਸਾਡੇ ਗੋਲੇ ਵਾਲੇ ਚੌਂਕੀ ਇੰਚਾਰਜ ਸਾਹਿਬ ਨੇ ਉਹਨੇ ਪੈਰਵਾਈ ਕਰਕੇ ਬੰਦਾ ਤੁਰੰਤ ਫੜਿਆ ਜੀ। ਪੱਤਰ 'ਚ ਕੀ ਲਿਖਿਆ ਸੀਗਾ? ਲਾਰੈਂਸ ਬਿਸ਼ਨੋਈ ਦਾ ਨਾਮ ਲਿਖਿਆ ਜੀ। ਪਹਿਲੇ ਪੱਤਰ ਤੇ 1 ਲੱਖ ਰੁਪਏ ਦੀ ਮੰਗ ਕੀਤੀ ਹੈ ਜੀ, ਦੂਜੇ ਪੱਤਰ ਤੇ 1,20,000 ਦੀ ਮੰਗ ਕੀਤੀ ਹੈ। ਜਿਹੜਾ ਹਿੰਦੀ ਦਾ ਪੱਤਰ ਆ ਉਹ ਤੇ ਵੀ 1,20,000 ਦੀ ਮੰਗ ਕੀਤੀ ਆ। ਜਸਕਰਨ ਸਿੰਘ ਸਨ ਆਫ ਬੱਗੜ ਸਿੰਘ ਉਹਦੀ ਮਟੀ ਵਾਲੀ ਬੇਰੀ ਹੈ ਜੀ, ਉਹਦੇ 'ਚ ਰੱਖਣ ਨੂੰ ਆਖਿਆ ਜੀ ਸਰ। ਧਮਕੀਆਂ ਵੀ ਤੁਹਾਡੇ ਤਿੰਨਾਂ ਭਾਈਆਂ ਦੇ ਇੱਕ ਬੱਚਾ, ਮੇਰੇ ਵੀ ਇੱਕ ਬੇਟੀ ਹੈ, ਮੇਰੇ ਛੋਟੇ ਭਰਾ ਦੇ 3 ਬੇਟੀਆਂ, ਮੇਰੇ ਭਾਈ ਦੇ 1 ਬੇਟਾ, ਵੀ ਤੇਰਾ ਇਹ ਤੁਹਾਡਾ ਤਿੰਨਾਂ ਦਾ ਇੱਕ ਚਿਰਾਗ ਆ, ਇਹਨੂੰ ਅਸੀਂ ਮਾਰ ਦਿਆਂਗੇ ਤੇ ਨਹੀਂ ਸਾਨੂੰ 1,20,000 ਰੁਪਈਆ ਦੇ ਕੇ ਜਾਓ। ਕੋਈ ਜ਼ਮੀਨ ਦਾ ਰੌਲਾ ਵੀ ਸੀਗਾ ਤੁਹਾਡਾ? ਜ਼ਮੀਨ ਇਹਦੀ ਠੇਕੇ ਤੇ ਲਈ ਹੈ, ਜਿਹਨੂੰ ਠੇਕਾ ਨਗਦ ਦਿੱਤਾ ਇਹ ਸਾਰਾ। ਕਿੱਥੋਂ ਦਾ ਰਹਿਣ ਵਾਲਾ? ਇਹ ਸਾਡੇ ਪਿੰਡ ਦੇ ਰਹਿਣ ਵਾਲਾ, ਸਾਡੇ ਗੁਆਂਢ ਆ ਜੀ। ਕੀ ਕੰਮ ਕਰਦਾ ਸੀ? ਕੰਮ ਕੀ ਕਰਦਾ? ਬਸ ਕੰਮ ਕੁਛ ਨਹੀਂ ਕਰਦਾ ਜੀ। ਕਿੱਥੇ ਰੱਖਣ ਵਾਸਤੇ ਤੁਹਾਨੂੰ ਕਿਹਾ ਸੀ? ਬਾਬੇ ਦੀ ਉੱਥੇ ਆਪਣੇ ਸੜਕ ਤੇ ਜੀ ਬਾਬੇ ਦੀ ਮੱਟੀ ਹੈ ਜੀ, ਉਹਦੇ 'ਚ ਰੱਖਣ ਨੂੰ ਆਖਿਆ। ਪਹਿਲਾਂ ਕੋਈ ਸ਼ੱਕ ਹੈਗਾ ਸੀ ਤੁਹਾਨੂੰ? ਹਾਂਜੀ, ਪਹਿਲਾਂ ਸਾਨੂੰ ਸ਼ੱਕ ਸੀਗਾ ਵੀ ਇਹ ਬੰਦਾ ਇਹ ਕੰਮ ਕਰ ਸਕਦਾ। ਕਿੰਨੀ ਦੇਰ ਦੇ ਚ ਇਹ ਪੱਤਰ ਆਏ ਸੀ ਤੁਹਾਡੇ ਕੋਲ ਜਿਹੜੇ ਆਏ? ਇਹ ਪਹਿਲਾ 20 ਤਰੀਕ ਨੂੰ ਆਇਆ ਜੀ, ਦੂਜਾ 25 ਨੂੰ ਆਇਆ, ਤੀਜਾ 31 ਨੂੰ ਆਇਆ ਜੀ। ਇੱਕ FIR ਰਜਿਸਟਰ ਕੀਤੀ ਹੈ ਜੀ 119 ਨੰਬਰ ਮੁਕੱਦਮਾ ਸਦਰ ਫਰੀਦਕੋਟ ਦੇ ਵਿੱਚ ਅੰਡਰ ਸੈਕਸ਼ਨ 384, 387 ਤੇ 506 IPC ਦੀ। ਇਹ ਬਰਖਲਾਫ ਹੈਗਾ ਜੀ ਸੁਖਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ, ਪਿੰਡ ਘੁਗਿਆਣੇ ਦਾ ਰਹਿਣ ਵਾਲਾ। ਸਾਡੇ ਕੋਲ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਘੁਗਿਆਣੇ ਦੇ ਹੀ ਉਹ ਰਹਿਣ ਵਾਲੇ ਆ। ਉਹਨਾਂ ਨੇ ਸਾਡੇ ਕੋਲ ਕੰਪਲੇਂਟ ਆ ਕੇ ਕੀਤੀ ਕਿ ਸਾਨੂੰ ਕੋਈ ਬੰਦਾ ਜਿਹੜਾ ਕੋਈ ਅਨਾਮਲੂਮ ਵਿਅਕਤੀ ਜਿਹੜਾ ਉਹ ਸਾਡੇ ਘਰ ਦੇ ਵਿੱਚ ਟਰੈਕਟਰ, ਉੱਥੇ ਉਹਨਾਂ ਦੇ ਘਰ ਬਾਹਰ ਖੇਤਾਂ ਦੇ ਵਿੱਚ ਘਰ ਹੈ, ਉੱਥੇ ਟਰੈਕਟਰ ਦੀ ਸੀਟ ਦੇ ਉੱਤੇ ਕੋਈ ਬੰਦਾ ਜਿਹੜਾ ਹੱਥ ਲਿਖਤ ਆਪਦਾ ਪੱਤਰ ਸੁੱਟ ਕੇ ਗਿਆ ਹੈਗਾ, ਜਿੰਦੇ 'ਚੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਰਿਹਾ ਤੇ 1 ਲੱਖ ਰੁਪਇਆ ਜਿਹੜੀ ਆ ਉਹਦੇ ਤੋਂ ਫਰੌਤੀ ਦੀ ਮੰਗ ਕਰ ਰਿਹਾ। ਜੇ ਨਾ ਫਰੌਤੀ ਦਿੱਤੀ ਤੇ ਉਹਨੇ ਧਮਕੀ ਦਿੱਤੀ ਹੈ ਕਿ ਉਹ 3 ਭਰਾ ਨੇ, ਉਹਨਾਂ 3 ਭਰਾਵਾਂ ਦੇ ਇੱਕੋ ਹੀ ਬੇਟਾ ਹੈ ਸਾਰੇ, ਬਾਕੀ 2 ਭਰਾਵਾਂ ਦੇ ਬੇਟੀਆਂ ਹੀ ਆ, ਉਸ ਦੇ ਇੱਕ ਬੇਟਾ, ਤੇ ਤੇਰੇ ਬੇਟੇ ਨੂੰ ਮਾਰ ਦਿਆਂਗੇ ਨਹੀਂ ਤਾਂ। ਜਿਸ ਦੇ ਸੰਬੰਧ ਦੇ ਵਿੱਚ ਇਹਦੀ ਬੈਕ ਸਟੋਰੀ ਇਹ ਹੈ ਕਿ ਪਹਿਲਾਂ 20/7 ਨੂੰ ਉਹਦੇ ਘਰ ਦੇ ਟਰੈਕਟਰ ਤੇ ਜਦੋਂ ਉਹਨੇ ਸਵੇਰੇ ਖੇਤ ਜਾਣ ਵਾਸਤੇ ਟਰੈਕਟਰ ਕੱਢਣ ਲੱਗਾ ਤੇ ਉੱਪਰ ਉੱਥੇ ਵੱਟਾ ਉੱਪਰ ਰੱਖਿਆ ਹੋਇਆ ਸੀਗਾ ਪੱਤਰ ਦੇ, ਤੇ ਉਹਦੇ ਥੱਲੇ ਪੱਤਰ ਪਿਆ ਸੀਗਾ ਜਦੋਂ ਉਹਨੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸੀਗਾ। ਉਹਦੇ 'ਚ ਇਹੀ ਗੱਲ ਲਿਖ ਕੇ ਵੀ ਮੈਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹਾਂ ਤੇ ਅਸੀਂ ਸਾਰੇ ਪੰਜਾਬ 'ਚੋਂ ਫਰੌਤੀਆਂ ਇਕੱਠੀਆਂ ਕਰਦੇ ਹਾਂ, ਤੇ ਸਾਰੀ ਮਤਲਬ ਪੂਰੀ ਉਹਦੇ ਫੈਮਿਲੀ ਦੀ ਇਨਫੋਰਮੇਸ਼ਨ ਲਿਖੀ ਵੀ ਤੁਸੀਂ 3 ਭਰਾ ਹੋ, ਤੁਹਾਡੇ ਤਿੰਨਾਂ ਦੇ ਕੱਲਾ ਵਾਰਸ ਹੈ। ਜੇ ਲੱਖ ਰੁਪਇਆ ਉੱਥੇ ਨਾਲ ਹੀ ਮੜੀਆਂ ਬਣੀਆਂ ਹੋਈਆਂ ਇਹਨਾਂ ਦੇ ਘਰ ਦੇ ਲਾਗੇ, ਤੇ ਮੜੀਆਂ ਦੇ ਵਿੱਚ 2 ਇੱਟਾਂ ਪਈਆਂ ਕਹਿੰਦੇ, ਤੇ ਉੱਥੇ 1 ਲੱਖ ਰੁਪਇਆ ਰੱਖਿਆ ਜੇ ਤੂੰ ਆਪਣੇ ਬੱਚੇ ਦੀ ਜਾਨ ਬਚਾਉਣੀ ਹੈ। ਇਹਨਾਂ ਵਿਅਕਤੀਆਂ ਨੇ ਕਿਸੇ ਨੂੰ ਆਪਦੇ ਭਰਾਵਾਂ ਨਾਲ ਆਪਸ ਦੇ ਵਿੱਚ ਇਹਨਾਂ ਨੇ ਡਿਸਕਸ ਕੀਤਾ, ਪਰ ਪੁਲਿਸ ਦੇ ਕੋਲ ਨਹੀਂ ਆਏ ਇਹ, ਠੀਕ ਹੈ। ਫਿਰ 27 ਤਰੀਕ ਨੂੰ ਫਿਰ ਦੁਬਾਰਾ ਇਸ ਤਰ੍ਹਾਂ ਹੋਇਆ, ਹਫ਼ਤੇ ਬਾਅਦ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਪੱਤਰ ਪੰਜਾਬੀ ਦੇ ਵਿੱਚ ਰੱਖਿਆ ਹੋਇਆ, ਔਰ ਉਹਦੇ 'ਚ ਉਹਨੇ ਫਰੌਤੀ ਦੀ ਮੰਗ 1,20,000 ਰੁਪਇਆ ਕਰ ਦਿੱਤੀ, ਵੀ ਕਹਿੰਦਾ ਵੀ ਤੂੰ ਸਾਡੀ ਮੰਗ ਪੂਰੀ ਨਹੀਂ ਕੀਤੀ, ਇਸ ਕਰਕੇ ਤੈਨੂੰ 20,000 ਰੁਪਇਆ ਹੁਣ ਹੋਰ ਦੇਣਾ ਪੈਣਾ। ਫਿਰ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਮੈਂਬਰ ਦੱਸ ਕੇ ਤੇ ਇਹ ਤੇਰੇ ਕੋਲ ਆਖਰੀ ਮੌਕਾ ਹੈ। 30 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾ ਵਕਤ ਸੀਗਾ, ਤੇ ਦੁਬਾਰਾ ਇਹਨਾਂ ਨੂੰ ਹਿੰਦੀ ਦੇ ਵਿੱਚ ਹੁਣ ਪੱਤਰ ਜਿਹੜਾ ਉਹੀ ਟਰੈਕਟਰ ਦੇ ਉੱਪਰ ਪਿਆ ਹੋਇਆ ਦੁਬਾਰਾ ਮਿਲਿਆ। ਜਦੋਂ ਹਿੰਦੀ ਦੇ ਵਿੱਚ ਪੱਤਰ ਮਿਲਿਆ, ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਅਸੀਂ ਫਿਰ ਬਹੁਤ ਜ਼ਿਆਦਾ ਡਰ ਗਏ ਕਿ ਇਹ ਵਾਕਈ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੋ ਸਕਦਾ, ਜਿਹੜਾ ਬੰਦਾ ਹਿੰਦੀ ਦੇ ਵਿੱਚ ਸਾਨੂੰ ਪੱਤਰ ਲਿਖ ਰਿਹਾ, ਤੇ ਇਹ ਸਾਡੇ ਕੋਲ ਪੁਲਿਸ ਸਟੇਸ਼ਨ ਦੇ 'ਚ ਆਏ। ਇਸ ਤੋਂ ਪਹਿਲਾਂ ਇਹਨਾਂ ਨੂੰ ਜਦੋਂ ਇਹ ਸਾਡੇ ਕੋਲ ਆਏ ਤੇ ਨਾਲ ਦੀ ਨਾਲ ਇਹਨਾਂ ਨੂੰ ਪਿੰਡ ਦੇ ਵਿੱਚੋਂ ਇਹਨਾਂ ਨੂੰ ਇਸ ਗੱਲ ਦਾ ਸੂਹ ਮਿਲ ਗਈ ਕਿ ਜਿਹੜਾ ਇਹ ਦੋਸ਼ੀ ਹੈ ਸੁਖਪ੍ਰੀਤ ਸਿੰਘ ਹੈ, ਇਹ ਸੁਖਪ੍ਰੀਤ ਸਿੰਘ ਜਿਹੜਾ ਹੈ ਘੁਗਿਆਣੇ ਦਾ ਹੀ ਇਹ ਰਹਿਣ ਵਾਲਾ। ਇਹ ਸੁਖਪ੍ਰੀਤ ਸਿੰਘ ਨੇ ਇਹਨਾਂ ਨੂੰ ਸ਼ਾਮ ਨੂੰ 1 ਦਿਨ ਪਹਿਲਾਂ ਸ਼ਾਮ ਨੂੰ ਪੁੱਛਿਆ ਵੀ ਤੁਹਾਡੇ ਅਸੀਂ ਸੁਣਿਆ ਕੋਈ ਪੱਤਰ, ਕਿਉਂਕਿ ਇਹ ਕਹਿੰਦੇ ਵੀ ਅਸੀਂ ਤਾਂ ਕਿਸੇ ਨੂੰ ਗੱਲ ਹੀ ਨਹੀਂ ਦੱਸੀ, ਅਸੀਂ ਤਾਂ ਪੁਲਿਸ ਨੂੰ ਵੀ ਨਹੀਂ ਦੱਸੀ ਸੀ, ਕਿਸੇ ਨੂੰ ਹੋਰ ਨੂੰ ਵੀ ਨਹੀਂ ਦੱਸੀ, ਵੀ ਤੁਹਾਡੇ ਕੋਈ ਪੱਤਰ ਸੁੱਟ ਕੇ ਗਿਆ ਹੋਇਆ, ਤੇ ਸਾਨੂੰ ਸ਼ੱਕ ਪਿਆ ਇਹਦੇ ਤੇ, ਇਹਦੀ ਗਤੀਵਿਧੀਆਂ ਦੇ ਸਾਨੂੰ ਅੱਗੇ ਵੀ ਸ਼ੱਕ ਸੀਗਾ। ਕਾਰਨ ਇਸ ਗੱਲ ਦਾ ਇਹ ਨਿਕਲਿਆ ਹੈਗਾ, ਜਦੋਂ ਇਹਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਹੈ, ਕਾਰਨ ਸੁਖਪ੍ਰੀਤ ਦੇ ਪੱਤਰ ਲਿਖਣ ਦਾ ਇਹ ਨਿਕਲਿਆ ਹੈਗਾ ਕਿ ਇਹਦੀ 2 ਕਿੱਲੇ ਜ਼ਮੀਨ ਹੈ, ਆਪਣੇ ਮਾਤਾ ਪਿਤਾ ਤੋਂ ਅਲੱਗ ਰਹਿੰਦਾ, ਠੀਕ ਹੈ। ਇਹਨੇ ਕੋਈ ਗੈਰ ਕਾਨੂੰਨੀ ਢੰਗ ਨਾਲ ਕਿਸੇ ਲੇਡੀ ਨੂੰ ਵੀ ਲੇਡੀ ਨੂੰ ਵਿਆਹ ਤੋਂ ਬਿਨਾਂ ਰੱਖਿਆ ਹੋਇਆ, ਠੀਕ ਹੈ। ਆਦਤਾਂ ਇਹਦੀਆਂ ਜਿਹੜੀਆਂ ਉਹ ਸਹੀ ਨਹੀਂ ਹੈਗੀਆਂ, ਪਰਿਵਾਰ ਤੋਂ ਅੱਡ ਰਹਿੰਦਾ ਹੈਗਾ। ਇਹਦੀ 2 ਕਿੱਲੇ ਜ਼ਮੀਨ ਹੈ, 2 ਕਿੱਲੇ ਜ਼ਮੀਨ ਜਿਹੜੀ ਆ ਉਹ ਇਹਨਾਂ ਨੂੰ ਹੀ ਮਦਈਆਂ ਨੂੰ ਜਗਦੀਪ ਸਿੰਘ ਰੇ ਠੇਕੇ ਤੇ ਲੈਂਦੇ ਆ 3 ਭਰਾ। ਹੁਣ ਇਹ ਕਹਿ ਰਹੇ ਆ ਕਿ ਸਾਡਾ ਕੋਈ ਹਿਸਾਬ ਕਿਤਾਬ ਜਿਹੜਾ ਮੇਰੇ ਨਾਲ ਠੇਕੇ ਦਾ ਹਿਸਾਬ ਕਿਤਾਬ ਸੀਗਾ ਇਹਨਾਂ ਨੇ ਪੂਰਾ ਸਹੀ ਨਹੀਂ ਕੀਤਾ, ਤੇ ਇਸ ਵਜ੍ਹਾ ਕਰਕੇ ਮੈਂ ਫਰੌਤੀ ਦੀ ਇਹਨਾਂ ਨੂੰ ਮੰਗ ਕੀਤੀ ਤੇ ਇਹਦੇ ਦੇ ਬੇਟੇ ਨੂੰ ਮਾਰਨ ਦੀ ਧਮਕੀ ਦਿੱਤੀ।
ਜਿਸ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ